ਹੈਲੋ ਸਟੂਡੈਂਟਸ, ਅਸੀਂ ਕਰ ਰਹੇ ਹਾਂ ਕਲਾਸ 10th ਚੈਪਟਰ 6 ਟ੍ਰਾਇੰਗਲਸ ਤ੍ਰਿਭੁਜ ਐਕਸਰਸਾਈਜ਼ 6.3 ਅਤੇ ਜਿਸ ਦਾ ਕੁਐਸਚਨ ਹੈ ਸਾਡਾ 13th। ਸੋ ਕੁਐਸਚਨ ਦੇ ਵਿੱਚ ਸਾਡੇ ਕੋਲ ਗਿਵਨ ਕੇ ਦਿੱਤਾ ਗਿਆ ਹੈ ਕਿ ਇੱਕ ਤ੍ਰਿਭੁਜ ਹੈ ਸਾਡੇ ਕੋਲ ABC। ਸੋ ਅਸੀਂ ਡਰਾ ਕਰਦੇ ਹਾਂ ਆਪਣੀ ਇੱਕ ਟ੍ਰਾਇੰਗਲ ABC। ਇਸ ਤਰ੍ਹਾਂ ਸਾਡੇ ਕੋਲ ਇੱਕ ਤ੍ਰਿਭੁਜ ਜਿਹੜੀ ABC ਜੋ ਗਿਵਨ ਦਿੱਤੀ ਗਈ ਹੈ। ਸੋ ਨਾਲ ਹੀ ਸਾਡੇ ਕੋਲ ਦਿੱਤਾ ਗਿਆ ਕਿ BC ਭੁਜਾ ਜਿਹੜੀ ਹੈ ਔਨ ਸਾਈਡ BC ਤੇ ਇੱਕ ਪੁਆਇੰਟ ਹੈ D, मतलब कि इस साइड ਤੇ ਇੱਕ ਪੁਆਇੰਟ ਹੈ ਸਾਡੇ ਕੋਲ D। ਸੋ ਫਿਰ ਸਾਡੇ ਕੋਲ ਹੈ ਐਂਗਲ ADC ਅਤੇ BAC ਦੋਵੇਂ ਕੀ ਹਨ ਬਰਾਬਰ। ਸੋ ਧਿਆਨ ਨਾਲ ਸਮਝੋ A ਤੇ D, ਐਂਗਲ AD ਬਣ ਗਿਆ ਨਾ ਸਾਡੇ ਕੋਲ, ਇਹਦਾ ਮਤਲਬ A ਨੂੰ ਅਸੀਂ D ਦੇ ਨਾਲ ਕੀ ਕਰਾਂਗੇ ਮਿਲਾਵਾਂਗੇ, ਜੁਆਇਨ ਕਰਾਂਗੇ। ਸੋ A ਨੂੰ ਅਸੀਂ D ਦੇ ਨਾਲ ਮਿਲਾ ਦਿੰਦੇ ਹਾਂ। ਸੋ ਹੁਣ ਸਾਡੇ ਕੋਲ ਇਹ ਦੋ ਐਂਗਲ ਬਣ ਗਏ, ਇੱਕ ਐਂਗਲ ADC ਬਣ ਗਿਆ ਤੇ ਇੱਕ ਐਂਗਲ ਦੇਖੋ ਸਾਡੇ ਕੋਲ BAC ਜਿਹੜਾ ਦੋਵੇਂ ਬਰਾਬਰ ਹਨ। ਸੋ BAC ਐਂਗਲ ਜਿਹੜਾ ਇਹ ਸਾਰਾ ਹੀ ਬਣ ਰਿਹਾ ਹੈ। सिद्ध करने ਅਸੀਂ CA स्क्वायर इक्वल टू CB डॉट CD CA स्क्वायर और CA स्क्वायर डॉट का मतलब ਸਾਡੇ ਕੋਲ ਕੀ ਹੋਏਗਾ ਗੁਣਾ ਹੋਏਗਾ। ਸੋ ਇਹਨਾਂ ਦੋਵਾਂ ਦੀ ਗੁਣਾ ਸਾਡੇ ਕੋਲ ਕਿਹਦੇ ਬਰਾਬਰ ਹੋਏਗੀ CA ਸਾਈਡ ਦੇ ਵਰਗ ਦੇ ਬਰਾਬਰ। ਸੋ ਹੁਣ ਦੇਖੋ ਅਸੀਂ ਫੋਕਸ ਜਿਹੜਾ ਕਰਨਾ ਹੈ ਆਪਣਾ ਉਹ ਅਸੀਂ ਗਿਵਨ ਤੇ ਕਰਨਾ ਹੈ, ਠੀਕ ਹੈ, ਜਿਸ ਦੇ ਵਿੱਚ ਸਾਡੇ ਕੋਲ ਦੋ ਐਂਗਲ ਦਿੱਤੇ ਗਏ ਹਨ। ਸੋ ਇੱਕ ਐਂਗਲ ਜਿਹੜਾ ਹੈ ਸਾਡੇ ਕੋਲ ਇਸ ਤ੍ਰਿਭੁਜ ਦੇ ਵਿੱਚ ਆ ਰਿਹਾ ਹੈ, ਦੇਖੋ ਛੋਟਾ ਐਂਗਲ ਹੈ। ਦੂਸਰਾ ਸਾਡੇ ਕੋਲ ਐਂਗਲ ਜਿਹੜਾ ਹੈ ਉਹ ਸਾਰੀ ਹੀ ਤ੍ਰਿਭੁਜ ਦੇ ਵਿੱਚ ਜਿਹੜਾ ਕਿ ਆ ਰਿਹਾ ਹੈ, ਜੋ ਸਾਡੇ ਕੋਲ ਤ੍ਰਿਭੁਜ ਕਿਹੜੀ ਹੈ ਇਹ ਵਾਲੀ ABC। ਸੋ ਅਸੀਂ ਲਿਖਦੇ ਹਾਂ ਤ੍ਰਿਭੁਜ ADC ਅਤੇ ਤ੍ਰਿਭੁਜ ABC ਵਿੱਚ। ਸੋ ਅਸੀਂ ਸਭ ਤੋਂ ਪਹਿਲਾਂ ਇੱਕ ADC ਤ੍ਰਿਭੁਜ ਬਣਾਉਂਦੇ ਹਾਂ। ਇਹ ਦੇਖੋ ਸਾਡੇ ਕੋਲ ਇੱਕ ADC ਤ੍ਰਿਭੁਜ ਜਿਹੜੀ ਉਹ ਬਣ ਕੇ ਤਿਆਰ ਹੁੰਦੀ ਹੈ। ਸੋ ਫਿਰ ਅਸੀਂ ਤ੍ਰਿਭੁਜ ਲੈਣੀ ਹੈ ਆਪਣੀ ਜਿਹੜੀ ਪੂਰੀ ਤ੍ਰਿਭੁਜ ਹੈ ਜੋ ਸਾਡੇ ਕੋਲ ਹੈ ABC। ਹੁਣ ਇਸ ਦੇ ਵਿੱਚ ਸਾਡੇ ਕੋਲ ਦੋ ਐਂਗਲ ਜਿਹੜੇ ਸਾਡੇ ਕੋਲ ਬਰਾਬਰ ਦਿੱਤੇ ਗਏ ਹਨ, ਇੱਕ ਇਹ ਵਾਲਾ ਤੇ ਦੂਸਰਾ ਇਹ ਵਾਲਾ। ਹੁਣ ਸਾਡੇ ਕੋਲ ਕੀ ਆਏਗਾ ਐਂਗਲ ADC ਬਰਾਬਰ ਹੈ ਐਂਗਲ BAC। ਸੋ ਇਹ ਸਾਡੇ ਕੋਲ ਕੀ ਹੈ ਦਿੱਤਾ ਹੈ ਜਾਂ ਜਿਸ ਨੂੰ ਅਸੀਂ ਬੋਲਦੇ ਹਾਂ ਗਿਵਨ। ਕਲੀਅਰ, ਇਹ ਤਾਂ ਦੋ ਐਂਗਲ ਹੋ ਗਏ ਸਾਡੇ ਕੋਲ ਜੋ ਗਿਵਨ ਸੀਗੇ। ਇਸ ਤੋਂ ਬਾਅਦ ਦੇਖੋ ਸਾਡੇ ਕੋਲ A ਪੁਆਇੰਟ ਹੈ, ਇੱਧਰ A ਹੈ, D ਹੈ, ਇਹ ਤਾਂ ਸਾਡੇ ਕੋਲ ਇਸ ਦੇ ਬਰਾਬਰ ਦੇ ਦਿੱਤਾ ਗਿਆ। ਫਿਰ ਦੇਖੋ ਸਾਡੇ ਕੋਲ ਜਿਹੜਾ ਐਂਗਲ C ਹੈ, ਸੋ C ਪੁਆਇੰਟ ਇਸ ਦੇ ਵਿੱਚ ਦੇਖੋ ਸਾਡੇ ਕੋਲ C ਕਿਹੜਾ ਹੈ ਇਸ ਸਾਈਡ ਤੇ ਟਿਕਿਆ ਪਿਆ ਹੈ, ਠੀਕ ਹੈ। ਇੱਧਰ ਵੀ ਦੇਖੋ BC ਦੇ ਵਿੱਚ ਹੀ ਸਾਡੇ ਕੋਲ ਇੱਕ ਪੁਆਇੰਟ ਆਉਂਦਾ ਹੈ D। ਸੋ ਇਹਦਾ ਮਤਲਬ ਜਿਹੜਾ ਐਂਗਲ C ਹੈ ਸਾਡੇ ਕੋਲ ਉਹ ਆਪਣੀ ਹੀ ਪੋਜੀਸ਼ਨ ਤੇ ਜਿਹੜਾ ਕਿ ਰੁਕਿਆ ਪਿਆ ਹੈ। ਸੋ ਇਸ ਦੇ ਵਿੱਚ ਵੀ ਐਂਗਲ C ਹੈ ਤੇ ਇਸ ਵਿੱਚ ਵੀ ਸਾਡੇ ਕੋਲ ਐਂਗਲ ਜਿਹੜਾ ਉਹ C ਆ ਰਿਹਾ ਹੈ। ਸੋ ਸਾਡੇ ਕੋਲ ਆ ਜਾਏਗਾ ਐਂਗਲ DCA ਬਰਾਬਰ ਹੋਏਗਾ ਐਂਗਲ BCA ਦੇ। ਸੋ ਦੇਖੋ ਧਿਆਨ ਨਾਲ ਐਂਗਲ D ਤੋਂ ਸ਼ੁਰੂ ਕਰ ਲਓ CA, ਤਾਂ ਵੀ ਅਸੀਂ ਇਸ ਤਰ੍ਹਾਂ ਉੱਪਰ ਹੀ ਗਏ। ਸੋ ਐਂਗਲ ਜੇਕਰ ਅਸੀਂ B ਤੋਂ ਸ਼ੁਰੂ ਕਰੀਏ BCA, ਤਾਂ ਵੀ ਅਸੀਂ ਇਸ ਤਰ੍ਹਾਂ ਉਸ ਸਾਈਡ ਵੱਲ ਹੀ ਜਾਂਦੇ ਹਾਂ। ਸੋ ਇਹ ਵੀ ਸਾਡੇ ਕੋਲ ਆ ਗਿਆ ਬਰਾਬਰ। ਇਸ ਨੂੰ ਅਸੀਂ ਲਿਖਾਂਗੇ ਸਾਂਝਾ ਕੋਣ, ਜਾਂ ਫਿਰ ਅਸੀਂ ਇਸ ਨੂੰ ਲਿਖਦੇ ਹਾਂ ਕਾਮਨ ਐਂਗਲ। ਇਸ ਲਈ ਤ੍ਰਿਭੁਜ ADC ਸਮਰੂਪ ਹੋਏਗਾ ਤ੍ਰਿਭੁਜ ABC ਦੇ। ਸੋ ਕਸੌਟੀ ਕਿਹੜੀ ਲੱਗੇਗੀ ਸਾਡੇ ਕੋਲ, ਦੇਖੋ ਇਸ ਵਿੱਚ ਵੀ ਸਾਡੇ ਕੋਲ ਐਂਗਲ ਆਇਆ, ਇਹਦੇ ਵਿੱਚ ਵੀ ਐਂਗਲ ਆਇਆ। ਸੋ AA ਤ੍ਰਿਭੁਜ ਸਮਰੂਪਤਾ ਕਸੌਟੀ ਤੋਂ। ਹੁਣ ਜਦੋਂ ਸਾਡੇ ਕੋਲ ਤ੍ਰਿਭੁਜ ਸਮਰੂਪ ਹੋ ਜਾਂਦੇ ਹਨ ਤਾਂ ਉਸ ਦੇ ਵਿੱਚ ਸਾਡੇ ਕੋਲ ਉਹਦੀਆਂ ਜਿਹੜੀਆਂ ਸੰਗਤ ਭੁਜਾਵਾਂ ਹੁੰਦੀਆਂ ਨੇ ਉਹ ਕੀ ਹੁੰਦੀਆਂ ਹਨ ਸਮਾਨ ਅਨੁਪਾਤ ਦੇ ਵਿੱਚ ਸਾਡੇ ਕੋਲ ਹੁੰਦੀਆਂ ਹਨ। ਸੋ ਧਿਆਨ ਨਾਲ ਸਮਝੋ ਸਾਡੇ ਕੋਲ ਹੁਣ ਆਏਗਾ ਇਹ ਐਂਗਲ DC, ਇਸ ਦੇ ਸਾਹਮਣੇ ਕਿਹੜੀ ਭੁਜਾ ਹੈ ਸਾਡੇ ਕੋਲ AC। ਦੇਖੋ ਸੰਗਤ ਭੁਜਾਵਾਂ ਲੱਭਣ ਲੱਭੇ ਬਿਲਕੁਲ ਵੀ ਅਸੀਂ ਜਿਹੜਾ ਕਿ ਡਾਊਟ ਵਿੱਚ ਨਹੀਂ ਪੈਣਾ ਹੈ। ਜਿਹੜੇ ਐਂਗਲ ਬਰਾਬਰ ਹਨ ਉਸ ਦੇ ਓਪੋਜ਼ਿਟ ਸਾਈਡ ਜਿਹੜੀਆਂ ਅਸੀਂ ਉਹ ਲੈ ਲੈਣੀਆਂ ਹਨ। ਸੋ ਐਂਗਲ D ਦੇ ਓਪੋਜ਼ਿਟ ਸਾਈਡ AC। ਉਹ ਇਹ ਐਂਗਲ ਕਿਹਦੇ ਬਰਾਬਰ ਹੈ ਸਾਡੇ ਕੋਲ ਸੋ ADC ਐਂਗਲ ਕਿਹਦੇ ਬਰਾਬਰ ਹੈ BAC ਦੇ। BAC ਇਸ ਦੇ ਸਾਹਮਣੇ ਕਿਹੜੀ ਸਾਈਡ ਹੈ ਸਾਡੇ ਕੋਲ, ਇਹ ਬਣ ਗਈ ਸਾਡੇ ਕੋਲ BC। ਸੋ ਇਸ ਦੇ ਓਵਰ ਆ ਗਈ ਸਾਡੇ ਕੋਲ BC ਬਰਾਬਰ ਆ ਗਿਆ ਸਾਡੇ ਕੋਲ ਐਂਗਲ C। ਛੋਟੀ ਤ੍ਰਿਭੁਜ ਓਵਰ ਵੱਡੀ ਤ੍ਰਿਭੁਜ, ਜਾਂ ਛੋਟੀ ਦੇ ਓਵਰ ਵੱਡੀ ਤ੍ਰਿਭੁਜ ਦੀਆਂ ਭੁਜਾਵਾਂ ਕਰੀ ਜਾਓ ਜਾਂ ਵੱਡੀ ਤ੍ਰਿਭੁਜ ਦੇ ਨੀਚੇ ਛੋਟੀ ਦੀਆਂ ਭੁਜਾਵਾਂ ਜਿਹੜੀਆਂ ਅਸੀਂ ਲਿਖ ਸਕਦੇ ਹਾਂ। ਸੋ C ਦੇ ਸਾਹਮਣੇ ਭੁਜਾ ਆਉਂਦੀ ਹੈ AD। ਸੋ ਸਾਡੇ ਕੋਲ ਆ ਗਿਆ AD ਓਵਰ ਆ ਗਿਆ ਸਾਡੇ ਕੋਲ ਇੱਧਰ C ਦੇ ਓਪੋਜ਼ਿਟ ਸਾਡੇ ਕੋਲ ਹੈ AB। ਹੁਣ ਦੇਖੋ ਸਾਡੇ ਕੋਲ ਇਸ ਤ੍ਰਿਭੁਜ ਦੀਆਂ ਜਿਹੜੀਆਂ ਕਿ ਇਹ ਭੁਜਾਵਾਂ ਤਾਂ ਸਮਾਨ ਅਨੁਪਾਤ ਦੇ ਵਿੱਚ ਆ ਗਈਆਂ। ਹੁਣ ਰਹਿ ਗਈ ਸਾਡੇ ਕੋਲ ਇੱਕ ਇੱਕ ਭੁਜਾ। ਅਸੀਂ ਕਿਹੜੀ ਦੀ ਗੱਲ ਕਰ ਲਈ, AD ਦੀ ਵੀ ਗੱਲ ਹੋ ਗਈ ਸਾਡੇ ਕੋਲ, AB ਦੀ ਵੀ ਹੋ ਗਈ, DC ਦੀ AC ਵੀ ਹੋ ਗਈ ਅਤੇ BC ਵੀ ਹੋ ਗਈ।
ਹੁਣ ਰਹਿ ਕਿਹੜੀਆਂ ਗਈਆਂ ਭੁਜਾਵਾਂ ਸਾਡੇ ਕੋਲ, ਇੱਕ DC ਅਤੇ ਦੂਸਰੀ AC ਰਹਿ ਗਈ ਸਾਡੇ ਕੋਲ। ਹੁਣ ਇੱਕ ਇੱਕ ਸਾਡੇ ਕੋਲ ਕੋਣ ਰਹਿ ਜਾਂਦਾ ਹੈ ਦੋਵਾਂ ਦੇ ਵਿੱਚ ਸਾਡੇ ਕੋਲ, ਇਸ ਦੇ ਵਿੱਚ ਐਂਗਲ A ਬਚਦਾ ਹੈ ਸਾਡੇ ਕੋਲ ਤੇ ਇਹਦੇ ਵਿੱਚ ਐਂਗਲ ਬਚਦਾ ਹੈ B। ਹੁਣ ਦੇਖੋ ਜਦੋਂ ਤ੍ਰੈਭੁਜ ਦੇ ਦੋ ਕੋਣ ਬਰਾਬਰ ਹੁੰਦੇ ਹਨ, ਧਿਆਨ ਨਾਲ ਸਮਝਣਾ ਹੈ ਸਾਡੇ ਕੋਲ, ਮੰਨ ਲਓ ਕਿ ਇਹ ਦੋ ਕੋਣ ਸਾਡੇ ਕੋਲ ਬਰਾਬਰ ਹਨ, ਇਹ ਹੈ 40, ਇਹ ਹੈ 50 ਡਿਗਰੀ। ਸੋ ਇਸ ਸਾਈਡ ਤੇ ਵੀ ਅਸੀਂ ਇੱਕ ਤ੍ਰੈਭੁਜ ਬਣਾਉਂਦੇ ਹਾਂ ਜਿਸ ਦੇ ਵਿੱਚ ਵੀ ਸਾਡੇ ਕੋਲ ਇੱਕ ਐਂਗਲ 40 ਹੈ, ਇੱਕ 50 ਹੈ। ਹੁਣ ਦੇਖੋ ਇਸ ਦੇ ਤੀਸਰਾ ਐਂਗਲ ਜਿਹੜਾ ਸਾਡੇ ਕੋਲ ਇਹ ਨਹੀਂ ਹੈ, ਉਹ ਦੇਖੋ ਸਾਡੇ ਕੋਲ ਕਿਸ ਤਰ੍ਹਾਂ ਬਰਾਬਰ ਆਉਂਦਾ ਹੈ। ਸੋ ਦੋਵਾਂ ਨੂੰ ਜੋੜੋ, ਸਾਡੇ ਕੋਲ ਆ ਗਿਆ ਦੋਵੇਂ ਕੋਣਾਂ ਦਾ ਪਲੱਸ ਸਾਡੇ ਕੋਲ ਆ ਗਿਆ 90 ਡਿਗਰੀ। ਸੋ ਤ੍ਰੈਭੁਜ ਦੇ ਤਿੰਨੇ ਕੋਣਾਂ ਦਾ ਜੋੜ ਕਿੰਨਾ ਹੁੰਦਾ, 180 ਡਿਗਰੀ। ਸੋ 180 ਦੇ ਡਿਗਰੀ ਦੇ ਵਿੱਚੋਂ ਅਸੀਂ ਨਾ ਦੋਵਾਂ ਦਾ ਜੋੜ ਮਾਈਨਸ ਕਰਤਾ 90, ਤਾਂ ਦੂਸਰਾ ਕੋਣ ਸਾਡੇ ਕੋਲ ਕਿੰਨਾ ਬਚ ਗਿਆ, 90 ਡਿਗਰੀ। ਇਹ 90 ਆ ਗਿਆ ਸਾਡੇ ਕੋਲ। ਇਸ ਤਰ੍ਹਾਂ 40 50 ਆਏ ਸੀ ਤੇ ਵੀ ਸਾਡੇ ਕੋਲ 90 ਆ ਗਿਆ, ਤੀਜਾ ਕੋਣ ਬਰਾਬਰ ਆ ਗਿਆ ਸਾਡੇ ਕੋਲ। ਸੋ ਇਸ ਤਰ੍ਹਾਂ ਤੀਸਰਾ ਐਂਗਲ ਜਦੋਂ ਬਰਾਬਰ ਹੋਊਗਾ ਇਹ ਵਾਲੇ ਐਂਗਲ ਸਾਡੇ ਕੋਲ ਜਦੋਂ ਬਰਾਬਰ ਹੋਣਗੇ ਤਾਂ ਇਸ ਦੇ ਸਾਹਮਣੇ ਕਿਹੜੀ ਭੁਜਾ ਹੈ ਸਾਡੇ ਕੋਲ, DC, ਇਸ ਦੇ ਸਾਹਮਣੇ ਕਿਹੜੀ ਭੁਜਾ ਹੈ, EC। ਠੀਕ ਹੈ, ਇਸ ਲਈ ਸੋ ਇਸ ਤਰ੍ਹਾਂ ਸਾਡੇ ਕੋਲ ਇਹਨਾਂ ਭੁਜਾਵਾਂ ਦਾ ਜਿਹੜਾ ਅਨੁਪਾਤ ਬਰਾਬਰ ਹੈ ਸਾਡੇ ਕੋਲ, ਸਮਾਨ ਅਨੁਪਾਤ ਵਿੱਚ ਹੈ, ਤਾਂ ਦੂਸਰੀਆਂ ਭੁਜਾਵਾਂ ਸਾਡੇ ਕੋਲ ਕਿਹੜੀਆਂ ਆਈਆਂ, ਇੱਕ ਆਈ ਸਾਡੇ ਕੋਲ DC ਓਵਰ ਸਾਡੇ ਕੋਲ ਕਿਹਦੇ ਹੋ ਜਾਏਗਾ, AC ਦੇ। ਹੁਣ ਦੇਖੋ ਸਾਨੂੰ ਚਾਹੀਦਾ ਕੀ ਹੈ, ਪ੍ਰੂਵ ਕੀ ਕਰਨਾ ਹੈ, ਅਸੀਂ AC ਦਾ ਸਕੁਅਰ ਚਾਹੀਦਾ ਨਾ ਜਾਂ CA ਦਾ ਸਕੁਅਰ ਚਾਹੀਦਾ। ਸੋ ਇਸ ਦੇ ਵਿੱਚੋਂ ਅਸੀਂ ਇਹ ਦੋ ਜਿਹੜੀਆਂ ਅਨੁਪਾਤ ਦੋਵੇਂ ਲਵਾਂਗੇ, AC ਓਵਰ BC ਇਜ਼ ਇਕੁਅਲ ਟੂ ਆ ਗਿਆ ਸਾਡੇ ਕੋਲ DC ਓਵਰ AC। ਸੋ ਗੁਣਾ ਕਰੋ, ਕ੍ਰੋਸ ਮਲਟੀਪਲਾਈ ਕੀ ਕਰਨਾ ਹੈ ਅਸੀਂ, ਤਿਰਛੀ ਗੁਣਾ, ਜਿਸ ਨੂੰ ਅਸੀਂ ਬੋਲਦੇ ਹਾਂ ਕ੍ਰੋਸ ਮਲਟੀਪਲੀਕੇਸ਼ਨ। ਸੋ ਜਦੋਂ ਕ੍ਰੋਸ ਮਲਟੀਪਲੀਕੇਸ਼ਨ ਅਸੀਂ ਕਰਦੇ ਹਾਂ ਤਾਂ ਸਾਡੇ ਕੋਲ ਆਉਂਦਾ AC ਨੂੰ AC ਨਾਲ ਗੁਣਾ ਕਰੋ, ਸਾਡੇ ਕੋਲ ਆ ਗਿਆ AC ਸਕੁਅਰ ਇਜ਼ ਇਕੁਅਲ ਟੂ BC ਗੁਣਾ DC। ਸੋ ਜਿਸ ਨੂੰ ਅਸੀਂ ਲਿਖ ਸਕਦੇ ਹਾਂ CA ਦਾ ਸਕੁਅਰ ਇਜ਼ ਇਕੁਅਲ ਟੂ CB ਮਲਟੀਪਲਾਈ CD। ਸੋ ਇਹ ਜੋ ਹੈ ਸਾਡੇ ਕੋਲ ਕੀ ਹੁੰਦਾ ਹੈ, ਸਿੱਧ ਕੀਤਾ। ਸੋ ਇਹ ਸੀ ਸਾਡਾ ਕੁਐਸਚਨ ਨੰਬਰ 13th। ਸੋ ਉਮੀਦ ਕਰਦਾ ਕਿ ਕੁਐਸਚਨ ਜਿਹੜਾ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਸੋ ਜਿਸ ਦੇ ਵਿੱਚ ਸਿਰਫ ਤੁਸੀਂ ਫੋਕਸ ਕੀਤਾ ਇੱਕ ਵੱਡੀ ਤ੍ਰੈਭੁਜ ਅਤੇ ਇੱਕ ਛੋਟੀ ਤ੍ਰੈਭੁਜ, ਉਸ ਦੇ ਜਿਹੜੇ ਕੋਣ ਬਰਾਬਰ ਸੀਗਾ, ਇੱਕ ਸਾਡੇ ਕੋਲ ਦਿੱਤਾ ਹੋਇਆ, ਦੂਸਰਾ ਸਾਡੇ ਕੋਲ ਕਾਮਨ ਆਉਂਦਾ ਸੀ। ਸੋ ਉਸ ਦੀਆਂ ਜਿਹੜੀਆਂ ਸੰਗਤ ਭੁਜਾਵਾਂ ਸਾਡੇ ਕੋਲ ਉਹ ਕੀ ਆ ਗਈਆਂ, ਸਮਾਨ ਅਨੁਪਾਤ ਦੇ ਵਿੱਚ। ਉਸ ਤੋਂ ਜਿਹੜਾ ਇੱਕ ਐਂਗਲ ਬਚ ਗਿਆ ਸੀ ਉਹ ਕਿਸ ਤਰ੍ਹਾਂ ਬਰਾਬਰ ਹੁੰਦਾ ਉਹ ਵੀ ਅਸੀਂ ਵੇਖ ਲਿਆ, ਤੇ ਜਿਸ ਦੇ ਨਾਲ ਸਾਡੇ ਕੋਲ ਤੀਜੀ ਜਿਹੜੀ ਭੁਜਾ ਸੀ ਦੋਵੇਂ ਤ੍ਰੈਭੁਜਾਂ ਦੀ ਉਹ ਵੀ ਅਨੁਪਾਤ ਵਿੱਚ ਆ ਗਈ, ਅਤੇ ਤਿੰਨੇ ਭੁਜਾਵਾਂ ਜਿਹੜੀਆਂ ਸਾਡੇ ਕੋਲ ਇੱਕ ਸਮਾਨ ਅਨੁਪਾਤ ਦੇ ਵਿੱਚ ਆ ਜਾਂਦੀਆਂ ਹਨ। ਸੋ ਜਿਸ ਤੋਂ ਬਾਅਦ ਅਸੀਂ ਆਪਣਾ ਜਿਹੜਾ ਜੋ ਸਿੱਧ ਕਰਨਾ ਸੀ ਉਹ ਕੀਤਾ ਹੈ। ਸੋ ਵੱਧ ਤੋਂ ਵੱਧ ਬੱਚਿਆਂ ਤੱਕ ਸ਼ੇਅਰ ਕਰੋ ਤਾਂ ਜੋ ਅਸੀਂ ਵੱਧ ਤੋਂ ਵੱਧ ਬੱਚਿਆਂ ਦੀ ਸਹਾਇਤਾ ਕਰ ਸਕੀਏ। ਸੋ ਨਵੀਆਂ ਵੀਡੀਓਜ਼ ਪ੍ਰਾਪਤ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਵੀਡੀਓ ਨੂੰ ਲੱਭਣਾ ਨਾ ਪਵੇ ਔਰ ਤੁਹਾਡੇ ਫੋਨ ਤੇ ਨੋਟੀਫਿਕੇਸ਼ਨ ਜਿਹੜੀ ਤੁਹਾਨੂੰ ਸ਼ੋ ਹੋ ਜਾਏਗੀ। ਸੋ ਥੈਂਕ ਯੂ, ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਨੈਕਸਟ ਕੁਐਸਚਨ ਦੇ ਨਾਲ।